स्तुति तेरी गाते सभी भक्ति में झूम तुझको करें सम्मान। प्रभु तेरे ही मंदिर में हम चढ़ाते हैं बलिदान। स्तुति तेरी गाते सभी भक्ति में झूम तुझको करें सम्मान। कुछ हमें देता हमारा प्रेमी पिता। सब कुछ हमें देता हमारा प्रेमी पिता। जीवन के संकट में प्रभु सदा। जीवन के संकट में प्रभु साथ निभाता सदा। प्रभु तेरे ही मंदिर में हम चढ़ाते हैं बलिदान। स्तुति तेरी गाते सभी भक्ति में झूम तुझको करें सम्मान। तुझको करें सम्मान। तुझको करें सम्मान। बाप अते बेटे अते रूह पाक दे नाम ते आमीन। साडे प्रभु यीशु मसीह दा फजल, खुदा बाप दा प्रेम ते रूह पाक दी सांझ तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। मसीह प्यारे भैणों ते भराओ, अज असीं धन्नकुआरी मां मरियम दे स्वर्ग उठाए जाण दी ईद मना रहे हाँ। खुदा ने मां मरियम नूं उस दे बदन अते रूह दे समेत स्वर्ग उठाया अते उस नूं स्वर्ग दी महारानी दा ताज पहनाया। इस दे नाल ही असी 15 अगस्त अपने भारत देश की आज़ादी का दिवस मना रहे हाँ। अज का दिन कलीसिया के लिए तो उस दे नाल नाल साडे भारत देश के लिए भी बहुत ही खुशियां भरिया दिन है। अज असी महामनी विश्वास के राही अपने समुचे भारत देश के लिए, इतों के निवासियों के लिए, इतों के हाकमां नेतावां सारे लोगों लिए प्रार्थना करांगे कि मां मरियम शांति की रानी साडे भारत देश विच आपसी प्यार, एकता अते शांति नूं कायम रखे। आओ असी इस मकसद लिए प्रार्थना करांगे ते इस दे नाल ही अपने आप की जांच करिए। जेकर असी खुदा के खिलाफ अपने माँ बाप भैणा भरावां जां अपने होर बाकी लोगों के नाल जां उन्हां दे खिलाफ कोई गलती की है, बुराई की है, असीं उन्हां सारियां गलतियां गुनाहां नूं प्रभु दी अताव ते चढ़ाइए तां जो योग ढंग नाल इन्हां पवित्र पिता नूं असीं मना सकीए। मैं इकबाल करदा हाँ पूरी कुदरत वाले खुदा अते तुहाडे अगे ऐ भराओ ते भैणों कि मैं सोचण नाल, बोलण नाल, करन नाल अते अनगहली नाल बहुत गुनाह कीते। अपने दोष नाल, अपने ही दोष नाल, अपने बहुत वड्डे दोष नाल, इसलिए मैं सदा कुआरी मरियम सारियां फरिश्तियां संतां अते तुहाडे अगे ऐ भराओ ते भैणों मैं बेनती करदा हाँ कि मेरे लिए प्रभु खुदा दे अगे प्रार्थना करो।
ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੂੰ ਬੇਦਾਗ ਕੁਆਰੀ ਮਰੀਮ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਬਦਨ ਅਤੇ ਰੂਹ ਨਾਲ ਸਵਰਗ ਦੀ ਮਹਿਮਾ ਵਿੱਚ ਉਠਾ ਲਿਆ। ਬਖਸ਼ ਦੇ ਕਿ ਅਸੀਂ ਉੱਪਰਲੀਆਂ ਚੀਜ਼ਾਂ ਬਾਰੇ ਫਿਕਰ ਕਰਦੇ ਰਹੀਏ ਅਤੇ ਮਾਂ ਮਰੀਮ ਦੀ ਸ਼ਾਨ ਦੇ ਹਿੱਸੇਦਾਰ ਹੋਣ ਦੇ ਕਾਬਲ ਬਣ ਜਾਈਏ। ਮਾਂ ਮਰੀਮ ਦੀ ਸਿਫਾਰਿਸ਼ ਦੇ ਨਾਲ ਤੂੰ ਸਾਡੇ ਦੇਸ਼ ਨੂੰ ਹਰ ਬੁਰਾਈ ਤੋਂ ਆਜ਼ਾਦ ਰੱਖ ਅਤੇ ਇੱਥੋਂ ਦੇ ਲੋਕਾਂ ਦੇ ਆਪਸੀ ਪਿਆਰ ਅਤੇ ਸ਼ਾਂਤੀ ਦੇ ਰਾਹ ਉੱਤੇ ਅਗਵਾਈ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿੰਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੱਕ ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਜੋ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਤੇ ਆਮੀਨ। ਪਾਠ ਪਹਿਲਾ ਪ੍ਰਕਾਸ਼ ਦੀ ਪੋਥੀ ਵਿੱਚੋਂ, ਉਸ ਦਾ 11 ਬਾਬ ਦੀ 19 ਆਇਤ, 12 ਬਾਬ ਦੀ 1 ਤੋਂ 6 ਅਤੇ 10 ਆਇਤ ਤੱਕ। ਇੱਕ ਔਰਤ ਜਿਸ ਨੇ ਸੂਰਜ ਨੂੰ ਵਸਤਰ ਵਾਂਗ ਪਹਿਨਿਆ ਹੋਇਆ ਸੀ, ਚੰਦਰਮਾ ਜਿਸ ਦੇ ਪੈਰਾਂ ਥੱਲੇ ਸੀ। ਤਦ ਸਵਰਗ ਵਿੱਚ ਖੁਦਾ ਦੀ ਹੈਕਲ ਖੁੱਲੀ ਅਤੇ ਉਸ ਹੈਕਲ ਵਿੱਚ ਉਸ ਦੇ ਨੇਮ ਦਾ ਸੰਦੂਕ ਦਿਖਾਈ ਦਿੱਤਾ। ਅਤੇ ਉਸੇ ਵਕਤ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟਾਂ ਅਤੇ ਬੱਦਲਾਂ ਦੀਆਂ ਗਰਜਣਾ ਹੋਈਆਂ। ਭੁਚਾਲ ਆਏ ਅਤੇ ਵੱਡੇ ਵੱਡੇ ਗੜੇ ਵੀ ਪਏ। ਫਿਰ ਆਕਾਸ਼ ਵਿੱਚ ਇੱਕ ਮਹਾਨ ਨਿਸ਼ਾਨ ਦਿਖਾਈ ਦਿੱਤਾ, ਇੱਕ ਔਰਤ ਜਿਸ ਨੇ ਸੂਰਜ ਨੂੰ ਵਸਤਰ ਵਾਂਗ ਪਹਿਨਿਆ ਹੋਇਆ ਸੀ, ਚੰਦਰਮਾ ਜਿਸ ਦੇ ਪੈਰਾਂ ਥੱਲੇ ਸੀ ਅਤੇ ਜਿਸ ਦੇ ਸਿਰ ਉੱਤੇ 12 ਤਾਰਿਆਂ ਦਾ ਤਾਜ ਸੀ। ਉਹ ਗਰਭਵਤੀ ਸੀ ਅਤੇ ਜਣੇਪੇ ਦੀਆਂ ਪੀੜਾਂ ਦੇ ਨਾਲ ਰੋਂਦੀ ਸੀ ਅਤੇ ਜਨਮ ਦਿੰਦਿਆਂ ਉਸ ਦੀਆਂ ਚੀਕਾਂ ਨਿਕਲ ਰਹੀਆਂ ਸਨ। ਤਦ ਆਕਾਸ਼ ਵਿੱਚ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ। ਦੇਖੋ, ਲਾਲ ਰੰਗ ਦਾ ਬਹੁਤ ਵੱਡਾ ਅਜਗਰ, ਜਿਸ ਦੇ 7 ਸਿਰ ਅਤੇ 10 ਸਿੰਗ ਸਨ ਅਤੇ ਉਸ ਦੇ ਸਿਰਾਂ ਤੇ 7 ਤਾਜ ਸਨ। ਉਸ ਦੀ ਪੁੱਛ ਨੇ ਆਕਾਸ਼ ਦੇ 1/3 ਤਾਰਿਆਂ ਨੂੰ ਹੂੰਝ ਸੁੱਟਿਆ ਅਤੇ ਧਰਤੀ ਉੱਤੇ ਸੁੱਟ ਦਿੱਤਾ। ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜਾ ਹੋ ਗਿਆ ਜੋ ਹੁਣ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਸੀ, ਤਾਂ ਜੋ ਉਹ ਉਸ ਦੇ ਬੱਚੇ ਨੂੰ ਜਨਮ ਲੈਂਦੇ ਸਾਰ ਹੀ ਨਿਗਲ ਜਾਵੇ। ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਇੱਕ ਨਰ ਬੱਚੇ ਨੂੰ, ਜਿਸ ਨੇ ਲੋਹੇ ਦੀ ਛੜ ਨਾਲ ਸਭ ਕੌਮਾਂ ਉੱਤੇ ਰਾਜ ਕਰਨਾ ਹੈ। ਪਰ ਉਸ ਦਾ ਬੱਚਾ ਉਸ ਤੋਂ ਝੜਪ ਲਿਆ ਗਿਆ ਅਤੇ ਖੁਦਾ ਦੇ ਹਜ਼ੂਰ ਉਸ ਦੇ ਤਖਤ ਤੱਕ ਪਹੁੰਚਾ ਦਿੱਤਾ ਗਿਆ ਅਤੇ ਉਹ ਔਰਤ ਉਜਾੜ ਵੱਲ ਭੱਜ ਗਈ, ਜਿੱਥੇ ਖੁਦਾ ਨੇ ਉਸ ਦੇ ਲਈ ਥਾਂ ਤਿਆਰ ਕਰ ਰੱਖੀ ਸੀ, ਤਾਂ ਜੋ 1260 ਦਿਨਾਂ ਤੱਕ ਉਸ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਤਦ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਸੁਣੀ ਜੋ ਇਹ ਐਲਾਨ ਕਰਦੀ ਸੀ, ਹੁਣ ਸਾਡੇ ਖੁਦਾ ਦੀ ਮੁਕਤੀ ਅਤੇ ਸਮਰੱਥਾ ਅਤੇ ਉਸ ਦਾ ਰਾਜ ਅਤੇ ਉਸ ਦੇ ਮਸੀਹ ਦਾ ਅਧਿਕਾਰ ਆ ਗਿਆ ਹੈ। ਸਾਡੇ ਭਰਾਵਾਂ ਤੇ ਦੋਸ਼ ਲਾਉਣ ਵਾਲਾ ਥੱਲੇ ਸੁੱਟ ਦਿੱਤਾ ਗਿਆ ਹੈ, ਜੋ ਦਿਨ ਰਾਤ ਸਾਡੇ ਖੁਦਾ ਦੇ ਸਾਹਮਣੇ ਉਹਨਾਂ ਉੱਤੇ ਦੋਸ਼ ਲਾਉਂਦਾ ਰਹਿੰਦਾ ਸੀ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। आओ एक नवा गीत रब लई गाओ,
ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਤੇ ਆਮੀਨ। ਪਾਠ ਦੂਸਰਾ। ਕੁਰੰਥੀਆਂ ਦੇ ਨਾਮ ਸੰਤ ਪੌਲੁਸ ਦਾ ਪਹਿਲਾ ਪੱਤਰ 15 ਬਾਬ 20 ਤੋਂ 27 ਆਇਤ ਤੱਕ। ਪਰ ਹਕੀਕਤ ਇਹ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਸੱਚਮੁੱਚ ਜ਼ਿੰਦਾ ਕੀਤਾ ਗਿਆ ਹੈ ਅਤੇ ਉਹਨਾਂ ਵਿੱਚੋਂ ਜੋ ਸੋ ਗਏ ਹਨ ਪਹਿਲਾ ਫਲ ਹੈ। ਕਿਉਂਕਿ ਜਿਸ ਤਰ੍ਹਾਂ ਮਨੁੱਖ ਦੇ ਰਾਹੀਂ ਮੌਤ ਆਈ, ਉਸੇ ਤਰ੍ਹਾਂ ਮਨੁੱਖ ਦੇ ਰਾਹੀਂ ਮੁਰਦਿਆਂ ਦਾ ਜੀ ਉੱਠਣਾ ਵੀ ਹੋਇਆ। ਇਸ ਲਈ ਜਿਸ ਤਰ੍ਹਾਂ ਆਦਮ ਵਿੱਚ ਸਭ ਮਨੁੱਖ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜ਼ਿੰਦਾ ਕੀਤੇ ਜਾਣਗੇ, ਪਰ ਸਭ ਆਪੋ ਆਪਣੀ ਵਾਰੀ ਸਿਰ। ਮਸੀਹ ਸਭ ਤੋਂ ਪਹਿਲਾ ਫਲ, ਫਿਰ ਉਸ ਦੀ ਆਮਦ ਤੇ ਉਹ ਸਭ ਜੋ ਮਸੀਹ ਦੇ ਹਨ ਤਦ ਅੰਤ ਆ ਜਾਵੇਗਾ। ਜਦੋਂ ਮਸੀਹ ਸਭ ਹਕੂਮਤਾਂ, ਅਧਿਕਾਰ ਅਤੇ ਕੁਦਰਤ ਨੂੰ ਨਸ਼ਟ ਕਰਨ ਦੇ ਬਾਅਦ ਰਾਜ ਸੱਤਾ ਖੁਦਾ ਬਾਪ ਦੇ ਹਵਾਲੇ ਕਰ ਦੇਵੇਗਾ, ਕਿਉਂਕਿ ਉਸ ਨੂੰ ਉਸ ਸਮੇਂ ਤੱਕ ਰਾਜ ਕਰਨਾ ਹੈ ਜਦੋਂ ਤੱਕ ਉਹ ਆਪਣੇ ਸਭ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ। ਸਭ ਤੋਂ ਅੰਤ ਵਿੱਚ ਨਸ਼ਟ ਕੀਤਾ ਜਾਣ ਵਾਲਾ ਵੈਰੀ ਮੌਤ ਹੈ, ਕਿਉਂ ਜੋ ਖੁਦਾ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਉਸ ਦੇ ਅਧੀਨ ਕਰ ਦਿੱਤਾ ਹੈ। ਪਰ ਜਦੋਂ ਇਉਂ ਕਹਿੰਦਾ ਹੈ ਕਿ ਸਭ ਕੁਝ ਉਸ ਦੇ ਅਧੀਨ ਕੀਤਾ ਗਿਆ ਹੈ, ਤਾਂ ਇਹ ਸਪਸ਼ਟ ਹੈ ਕਿ ਖੁਦਾ ਜਿਸ ਨੇ ਸਭ ਕੁਝ ਮਸੀਹ ਦੇ ਅਧੀਨ ਕੀਤਾ ਹੈ, ਆਪ ਉਸ ਵਿੱਚ ਸ਼ਾਮਿਲ ਨਹੀਂ ਹੈ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। Hallelujah, 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 Hallelujah। सारियों कौमों तालियां बजाओ, जय जयकार ना रब नु पुकारो। सारियों कौमों तालियां बजाओ, जय जयकार ना रब नु पुकारो। क्यों जो खुदा है भला, ओ ही साडी है भला। सबनु सुनाओ, सबनु सुनाओ। क्यों जो खुदा है भला, ओ ही साडी है भला। सबनु सुनाओ, सबनु सुनाओ। हालेलुया, 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 हालेलुया। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਲੂਕਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 1 ਅਧਿਆਇ 39 ਤੋਂ 56 ਆਇਤ। ਉਨੀ ਦਿਨ ਮਰੀਮ ਉੱਠ ਕੇ ਛੇਤੀ ਨਾਲ ਪਹਾੜੀ ਖੇਤਰ ਵਿੱਚ ਯਹੂਦਾ ਦੇਸ਼ ਦੇ ਇੱਕ ਸ਼ਹਿਰ ਨੂੰ ਰਵਾਨਾ ਹੋਈ ਅਤੇ ਉਸਨੇ ਜ਼ਕਰੀਆ ਦੇ ਘਰ ਜਾ ਕੇ ਅੰਦਰ ਵੜਦਿਆਂ ਅਲਿਜ਼ਬਤ ਨੂੰ ਸਲਾਮ ਆਖਿਆ। ਜਦੋਂ ਅਲਿਜ਼ਬਤ ਨੇ ਮਰੀਮ ਦਾ ਸਲਾਮ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉਛਲ ਪਿਆ
ਅਤੇ ਐਲਿਜ਼ਬeth ਰੂਹ ਭਾਗ ਨਾਲ ਭਰ ਗਈ ਅਤੇ ਉਹ ਉੱਚੀ ਆਵਾਜ਼ ਨਾਲ ਬੋਲ ਪਈ, ਤੂੰ ਔਰਤਾਂ ਵਿੱਚੋਂ ਧਨ ਹੈ ਅਤੇ ਧਨ ਹੈ ਤੇਰੀ ਕੁੱਖ ਦਾ ਫਲ। ਮੇਰੇ ਵੱਡ ਭਾਗ ਕਿੱਥੋਂ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲੀ ਆਵੇ, ਕਿਉਂਕਿ ਵੇਖ ਤੇਰੇ ਸਲਾਮ ਦੀ ਆਵਾਜ਼ ਮੇਰੇ ਕੰਨੀ ਪੈਂਦਿਆਂ ਹੀ ਬੱਚਾ ਮੇਰੀ ਕੁੱਖ ਵਿੱਚ ਖੁਸ਼ੀ ਦੇ ਮਾਰੇ ਉਛਲ ਪਿਆ। ਉਹ ਧਨ ਹੈ ਜਿਸ ਨੇ ਇਹ ਮੰਨ ਲਿਆ ਹੈ ਕਿ ਜਿਹੜੀਆਂ ਗੱਲਾਂ ਪ੍ਰਭੂ ਵੱਲੋਂ ਉਸ ਨੂੰ ਕਹੀਆਂ ਗਈਆਂ ਹਨ ਉਹ ਪੂਰੀਆਂ ਹੋਣਗੀਆਂ। ਤਦ ਮਰੀਮ ਨੇ ਕਿਹਾ, ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ ਅਤੇ ਮੇਰੀ ਰੂਹ ਮੇਰੇ ਮੁਕਤੀਦਾਤਾ ਖੁਦਾ ਵਿੱਚ ਖੁਸ਼ੀ ਮਨਾਉਂਦੀ ਹੈ, ਕਿਉਂਕਿ ਉਸਨੇ ਆਪਣੀ ਦਾਸੀ ਦੀ ਦੀਨਤਾ ਉੱਤੇ ਮਿਹਰ ਦੀ ਨਜ਼ਰ ਕੀਤੀ ਹੈ। ਵੇਖ ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧਨ ਕਹਿਣਗੀਆਂ, ਕਿਉਂਕਿ ਸਭ ਸ਼ਕਤੀਮਾਨ ਖੁਦਾ ਨੇ ਮੇਰੇ ਲਈ ਮਹਾਨ ਕੰਮ ਕੀਤੇ ਹਨ। ਉਸ ਦਾ ਨਾਮ ਪਵਿੱਤਰ ਹੈ। ਉਸ ਦੀ ਦਇਆ ਉਸ ਦੇ ਸ਼ਰਧਾਲੂ ਭਗਤਾਂ ਉੱਤੇ ਪੀੜ੍ਹੀਆਂ ਪੀੜ੍ਹੀ ਬਣੀ ਰਹਿੰਦੀ ਹੈ। ਉਸ ਨੇ ਆਪਣੀਆਂ ਬਾਹਾਂ ਦਾ ਬਲ ਵਿਖਾਇਆ ਹੈ। ਉਸ ਨੇ ਘਮੰਡੀਆਂ ਨੂੰ ਉਹਨਾਂ ਦੇ ਦਿਲਾਂ ਦੇ ਖਿਆਲਾਂ ਦੇ ਘਮੰਡ ਵਿੱਚ ਤਿੱਤਰ ਬਿੱਤਰ ਕਰ ਦਿੱਤਾ ਹੈ। ਉਸ ਨੇ ਸ਼ਕਤੀਸ਼ਾਲੀਆਂ ਨੂੰ ਉਹਨਾਂ ਦੀਆਂ ਗੱਦੀਆਂ ਤੋਂ ਥੱਲੇ ਲਾ ਦਿੱਤਾ ਹੈ ਅਤੇ ਨਿਮਾਣਿਆਂ ਨੂੰ ਉੱਚਾ ਕੀਤਾ ਹੈ। ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ ਅਤੇ ਅਮੀਰਾਂ ਨੂੰ ਖਾਲੀ ਹੱਥ ਵਾਪਸ ਮੋੜ ਦਿੱਤਾ ਹੈ। ਉਸ ਨੇ ਆਪਣੇ ਤਰਸ ਦੀ ਖਾਤਰ ਆਪਣੇ ਸੇਵਕ ਇਸਰਾਇਲ ਦੀ ਮਦਦ ਕੀਤੀ ਹੈ, ਜਿਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ ਅਬਰਾਹਮ ਅਤੇ ਉਸ ਦੇ ਵੰਸ਼ ਨਾਲ ਸਦਾ ਲਈ ਵਾਅਦਾ ਕੀਤਾ ਸੀ। ਮਰੀਮ ਤਕਰੀਬਨ 3 ਮਹੀਨੇ ਤੱਕ ਐਲਿਜ਼ਬeth ਦੇ ਨਾਲ ਰਹੀ ਅਤੇ ਫਿਰ ਉਹ ਆਪਣੇ ਘਰ ਨੂੰ ਵਾਪਸ ਮੁੜ ਗਈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹੀ ਪਿਆਰੇ ਭੈਣੋ ਤੇ ਭਰਾਓ, ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਦੁਨੀਆ ਵਿੱਚ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਅਜਿਹੇ ਲੋਕ ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਰਾਜਸੀ ਸੱਤਾ, ਅਧਿਕਾਰ, ਸ਼ਕਤੀ, ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਇੱਕ ਭਾਵਨਾ ਸੀ, ਜਿਸ ਨੂੰ ਆਪਾਂ ਲਾਲਚ ਦੀ ਭਾਵਨਾ ਕਹਿੰਦੇ ਹਾਂ। ਅਤੇ ਇਸੇ ਹੀ ਲਾਲਚ ਦੀ ਭਾਵਨਾ ਦੇ ਕਾਰਨ ਉਹਨਾਂ ਨੇ ਕਮਜ਼ੋਰ ਲੋਕਾਂ ਉੱਤੇ ਜ਼ੁਲਮ ਢਾਏ, ਅਤਿਆਚਾਰ ਕੀਤੇ ਅਤੇ ਉਹਨਾਂ ਨੂੰ ਗੁਲਾਮ ਬਣਾਇਆ। ਦੁਨੀਆ ਦਾ ਇਤਿਹਾਸ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਕੌਮਾਂ ਵਿੱਚ ਤੇ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਬਲਵਾਨ ਲੋਕਾਂ ਨੇ ਕਮਜ਼ੋਰ ਲੋਕਾਂ ਨੂੰ ਹਮੇਸ਼ਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਲਾਲਚ ਦੇ ਕਾਰਨ, ਆਪਣੀ ਸ਼ਕਤੀ, ਰਾਜਸੀ ਸੱਤਾ ਨੂੰ ਕਾਇਮ ਰੱਖਣ ਅਤੇ ਉਸ ਨੂੰ ਵਧਾਉਣ ਦੇ ਲਈ। ਉਸ ਦੇ ਨਾਲ ਹੀ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਸਮੇਂ-ਸਮੇਂ 'ਤੇ ਬਹੁਤ ਸਾਰੇ ਲੋਕਾਂ ਨੇ ਅਜਿਹੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰੀ, ਕਾਫੀ ਸੰਘਰਸ਼ ਕੀਤਾ, ਇੱਥੋਂ ਤੱਕ ਕਿ ਉਹਨਾਂ ਨੇ ਆਪਣੀਆਂ ਜਾਨਾਂ ਵੀ ਵਾਰੀਆਂ, ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ। ਅਸੀਂ ਭਾਰਤ ਦੇਸ਼ ਵੱਲ ਵੇਖਦੇ ਹਾਂ ਕਿ ਬਹੁਤ ਲੰਮੇ ਸਮੇਂ ਤੋਂ ਵਿਦੇਸ਼ੀ ਤਾਕਤਾਂ ਇੱਥੇ ਆਈਆਂ, ਉਹਨਾਂ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਇਆ, ਪਰ ਸਾਡੇ ਦੇਸ਼ ਦੇ ਲੋਕਾਂ ਨੇ ਸਮੇਂ-ਸਮੇਂ 'ਤੇ ਉਹਨਾਂ ਦਾ ਸਾਹਮਣਾ ਕੀਤਾ
ਇਸ ਸੰਘਰਸ਼ ਵਿੱਚ ਹਿੱਸਾ ਪਾਇਆ, ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਆਖਰ 1947 ਵਿੱਚ ਭਾਰਤ ਦੇਸ਼ ਆਜ਼ਾਦ ਹੋ ਗਿਆ। ਸਾਡਾ ਭਾਰਤ ਦੇਸ਼ ਆਜ਼ਾਦ ਤਾਂ ਹੋ ਗਿਆ, ਪਰ ਅਜਿਹੀ ਆਜ਼ਾਦੀ ਨੂੰ ਸੰਪੂਰਨ ਆਜ਼ਾਦੀ ਨਹੀਂ ਕਹਿ ਸਕਦੇ। ਸਿਰਫ ਭਾਰਤ ਦੇਸ਼ ਹੀ ਨਹੀਂ, ਦੁਨੀਆ ਦਾ ਕੋਈ ਵੀ ਦੇਸ਼, ਕੋਈ ਵੀ ਕੌਮ, ਕੋਈ ਵੀ ਧਰਮ ਜਾਂ ਕੋਈ ਵੀ ਸੱਭਿਆਚਾਰ ਹਾਲੇ ਵੀ ਇਹਨਾਂ ਸਾਰੇ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਪਾਈਆਂ ਜਾਂਦੀਆਂ ਹਨ। ਲੋਕ ਬੁਰੀਆਂ ਆਦਤਾਂ ਵਿੱਚ ਫਸੇ ਹੋਏ ਹਨ। ਹਾਲੇ ਵੀ ਬੁਰੇ ਫਲਸਫਿਆਂ, ਬੁਰੀਆਂ ਧਾਰਨਾਵਾਂ, ਬੁਰੀਆਂ ਸੋਚਾਂ, ਅਜਿਹੋ ਜਿਹੇ ਗੱਲਾਂ ਦੇ ਪ੍ਰਭਾਵ ਦੇ ਅਧੀਨ ਹਨ। ਅਜਿਹੋ ਜਿਹੇ ਕੰਮਾਂ ਜਾਂ ਬੁਰਾਈਆਂ ਦੇ ਇਹ ਗੁਲਾਮ ਹਨ। ਇਸ ਕਰਕੇ ਜੇਕਰ ਸਾਨੂੰ ਸੋਚਣ, ਬੋਲਣ ਜਾਂ ਆਪਣੀ ਇੱਛਾ ਦੇ ਮੁਤਾਬਕ ਜੀਣ ਦੀ ਆਜ਼ਾਦੀ ਮਿਲੀ ਹੈ, ਪਰ ਉਸ ਦੇ ਨਾਲ ਨਾਲ ਸਾਡੇ ਵਿੱਚ ਇਹ ਸਾਰੀਆਂ ਬੁਰਾਈਆਂ ਹਨ, ਤਾਂ ਅਸੀਂ ਸਿਰਫ ਸਰੀਰਕ ਤੌਰ 'ਤੇ ਹੀ ਆਜ਼ਾਦ ਹਾਂ, ਮਾਨਸਿਕ ਅਤੇ ਆਤਮਿਕ ਤੌਰ 'ਤੇ ਆਜ਼ਾਦ ਨਹੀਂ ਹਾਂ। ਪਿਆਰਿਓ, ਜੋ ਸੰਪੂਰਨ ਤੌਰ 'ਤੇ ਆਜ਼ਾਦ ਹੁੰਦੇ ਹਨ, ਉਹਨਾਂ ਨੂੰ ਖੁਦਾ ਪਿਆਰ ਕਰਦਾ ਹੈ ਅਤੇ ਆਪਣੇ ਕੋਲ ਬੁਲਾ ਲੈਂਦਾ ਹੈ। ਪਵਿੱਤਰ ਵਚਨ ਵਿੱਚ ਅਸੀਂ ਪੜ੍ਹਦੇ ਹਾਂ, ਉਤਪਤੀ ਪੁਸਤਕ ਵਿੱਚੋਂ 5 ਅਧਿਆਇ ਦੀ 24 ਐਤ। ਵਚਨ ਸਾਨੂੰ ਕਹਿੰਦਾ ਹੈ, ਹਨੋਕ ਖੁਦਾ ਦੀ ਸੰਗਤ ਵਿੱਚ ਰਿਹਾ, ਇਸ ਕਰਕੇ ਖੁਦਾ ਨੇ ਉਸ ਨੂੰ ਆਪਣੇ ਕੋਲ ਉਤਾਂ ਬੁਲਾ ਲਿਆ, ਉਤਾਂ ਚੁੱਕ ਲਿਆ। ਦੂਜਾ ਅਸੀਂ ਵੇਖਦੇ ਹਾਂ ਰਾਜਾ ਦੀ ਦੂਜੀ ਪੁਸਤਕ 2 ਅਧਿਆਇ ਦੀ 11 ਤੇ 12 ਐਤ। ਏਲੀਆ ਨਬੀ ਨੂੰ ਖੁਦਾ ਨੇ ਅੱਗ ਦੇ ਕੋੜਿਆਂ ਅਤੇ ਅੱਗ ਦੇ ਰਾਤ ਦੇ ਦੁਆਰਾ ਧਰਤੀ ਤੋਂ ਸਵਰਗ ਉਠਾ ਲਿਆ, ਉਸ ਨੂੰ ਆਪਣੇ ਕੋਲ ਲੈ ਕੇ ਗਿਆ। ਇਹ ਲੋਕ ਪ੍ਰਭੂ ਦੀ ਸੰਗਤ ਵਿੱਚ ਰਹਿਣ ਵਾਲੇ ਲੋਕ ਸਨ। ਇਹ ਲੋਕ ਪ੍ਰਭੂ ਦੇ ਹੁਕਮਾਂ ਦੇ ਪ੍ਰਤੀ ਵਫਾਦਾਰ ਰਹਿਣ ਵਾਲੇ ਲੋਕ ਸਨ। ਇਸ ਕਰਕੇ ਇਹਨਾਂ ਨੂੰ ਖੁਦਾ ਨੇ ਸੰਪੂਰਨ ਆਜ਼ਾਦੀ ਪ੍ਰਦਾਨ ਕੀਤੀ। ਸੰਪੂਰਨ ਆਜ਼ਾਦੀ, ਨਾ ਕਿਸੇ ਰਾਜੇ ਦੀ ਗੁਲਾਮੀ, ਨਾ ਬੁਰੀਆਂ ਆਦਤਾਂ ਦੀ ਗੁਲਾਮੀ। ਸੰਪੂਰਨ ਆਜ਼ਾਦੀ ਵਿੱਚ ਇਹਨਾਂ ਨੂੰ ਆਪਣੇ ਕੋਲ ਬੁਲਾ ਲਿਆ। ਖੁਦਾ ਦਾ ਵਚਨ ਫਿਰ ਪ੍ਰਭੂ ਯਿਸੂ ਮਸੀਹ ਰਾਹੀਂ ਸਾਨੂੰ ਕਹਿੰਦਾ ਹੈ, ਮੱਤੀ ਦੀ ਅੰਜੀਲ ਉਸ ਦਾ 5 ਅਧਿਆਇ ਦੀ 8 ਹੈ, ਤਾਨੋ ਲੋਕ ਹਨ ਜਿਨ੍ਹਾਂ ਦੇ ਮਨ ਸ਼ੁੱਧ ਹਨ, ਉਹ ਖੁਦਾ ਦੇ ਦਰਸ਼ਨ ਕਰਨਗੇ। ਅੱਜ ਅਸੀਂ ਮਾਂ ਮਰੀਮ ਦੇ ਸਵਰਗ ਚੜਾਏ ਜਾਣ ਦੀ ਈਦ ਮਨਾ ਰਹੇ ਹਾਂ। ਕਲੀਸਿਆ ਦਾ ਵਿਸ਼ਵਾਸ ਹੈ ਕਿ ਮਾਂ ਮਰੀਮ ਨੂੰ ਖੁਦਾ ਨੇ ਉਸ ਦੇ ਸਰੀਰ ਅਤੇ ਉਸ ਦੀ ਆਤਮਾ ਦੇ ਸਮੇਤ ਸਵਰਗ ਵਿੱਚ ਉਠਾ ਲਿਆ। ਬੇਸ਼ੱਕ ਵਚਨ ਵਿੱਚ ਇਸ ਦੀ ਕੋਈ ਗਵਾਹੀ ਨਹੀਂ ਮਿਲਦੀ। ਪਾਕ ਰਵਾਇਤਾਂ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਮਾਂ ਮਰੀਮ ਦੀ ਮੌਤ ਹੋਈ, ਉਸ ਨੂੰ ਕਬਰ ਵਿੱਚ ਰੱਖਿਆ ਗਿਆ ਤੇ ਵਾਪਸ ਜਦੋਂ ਸੰਤ ਥੋਮਸ ਰਸੂਲ ਭਾਰਤ ਤੋਂ ਵਾਪਸ ਇਸਰਾਇਲ ਜਾਂਦਾ ਹੈ ਤੇ ਉਹ ਮਾਂ ਮਰੀਮ ਦੇ ਦਰਸ਼ਨ ਕਰਨ ਦੀ ਇੱਛਾ ਕਰਦਾ ਹੈ। ਇਸ ਕਰਕੇ ਉਹ ਜਦੋਂ ਮਾਂ ਮਰੀਮ ਦੀ ਕਬਰ ਉੱਤੇ ਜਾਂਦੇ ਹਨ, ਉਸ ਨੂੰ ਖੋਲ੍ਹਦੇ ਹਨ ਤੇ ਉਹ ਵੇਖਦੇ ਹਨ ਕਿ ਉਹ ਕਬਰ ਖਾਲੀ ਹੁੰਦੀ ਹੈ। ਉਹ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਨ ਕਿ ਖੁਦਾ ਨੇ ਮਾਂ ਮਰੀਮ ਨੂੰ ਉਸ ਦੇ ਬਦਨ ਅਤੇ ਰੂਹ ਦੇ ਸਮੇਤ ਸਵਰਗ ਉਠਾ ਲਿਆ, ਕਿਉਂਕਿ ਮਾਂ ਮਰੀਮ ਨੇ ਪਵਿੱਤਰਤਾ ਦੇ ਵਿੱਚ, ਸੰਪੂਰਨ ਆਜ਼ਾਦੀ ਦੇ ਵਿੱਚ ਆਪਣਾ ਜੀਵਨ ਗੁਜ਼ਾਰਿਆ ਸੀ। ਠੀਕ ਉਸੇ ਤਰੀਕੇ ਨਾਲ ਜਿੱਦਾਂ ਆਦਮ ਅਤੇ ਹਵਾ ਨੂੰ ਖੁਦਾ ਨੇ ਅਜਿਹੇ ਫਸਲ ਵਿੱਚ ਪੈਦਾ ਕੀਤਾ ਜਾਂ ਬਣਾਇਆ ਕਿ ਖੁਦਾ ਨੂੰ ਦੇਖ ਸਕਦੇ ਸੀ, ਖੁਦਾ ਨਾਲ ਗੱਲਬਾਤ ਕਰ ਸਕਦੇ ਸੀ। ਜਦੋਂ ਉਹਨਾਂ ਨੇ ਉਹ ਫਸਲ ਗਵਾ ਲਿਆ, ਉਹਨਾਂ ਨੇ ਗੁਨਾਹ ਕੀਤਾ, ਹੌਲੀ ਹੌਲੀ ਉਹ ਖੁਦਾ ਤੋਂ ਦੂਰ ਹੁੰਦੇ ਗਏ। ਇਸ ਕਰਕੇ ਮਾਂ ਮਰੀਮ ਨੂੰ ਜ਼ਬਰਾਲ ਫਰਿਸ਼ਤਾ ਵੀ ਕਹਿੰਦਾ ਹੈ, ਤੂੰ ਫਸਲ ਨਾਲ ਭਰੀ ਹੈ। ਮਾਂ ਮਰੀਮ ਫਸਲ ਨਾਲ ਭਰਪੂਰ ਹੈ, ਉਹੀ ਫਸਲ ਜੋ ਆਦਮ ਅਤੇ ਹਵਾ ਨੂੰ ਦਿੱਤਾ ਗਿਆ ਸੀ, ਜਿਸ ਫਸਲ ਵਿੱਚ ਉਹ ਬਣਾਏ ਗਏ ਸੀ। ਉਸੇ ਫਸਲ ਵਿੱਚ ਮਾਂ ਮਰੀਮ ਆਪਣੇ ਜਨਮ ਤੋਂ ਲੈ ਕੇ ਆਪਣੇ ਪੂਰੇ ਜੀਵਨ ਕਾਲ ਦੇ ਦੌਰਾਨ ਉਸ ਫਸਲ ਵਿੱਚ ਕਾਇਮ ਰਹੀ। ਇਸੇ ਕਰਕੇ ਉਹ ਸਰੀਰ ਵਿੱਚ, ਮਾਨਸਿਕਤਾ ਵਿੱਚ ਅਤੇ ਆਤਮਿਕਤਾ ਵਿੱਚ ਪੂਰੀ ਤਰ੍ਹਾਂ ਸ਼ੁੱਧ ਰਹੀ, ਪਵਿੱਤਰ ਰਹੀ, ਸੰਪੂਰਨ ਆਜ਼ਾਦੀ ਵਿੱਚ ਰਹੀ। ਇਸ ਕਰਕੇ ਪ੍ਰਭੂ ਮਾਂ ਮਰੀਮ ਨੂੰ ਉਸ ਦੇ ਬਦਨ ਅਤੇ ਰੂਹ ਦੇ ਸਮੇਤ
ਸਵਰਗ ਵਿੱਚ ਬੁਲਾਉਂਦਾ ਹੈ, ਉਸ ਨੂੰ ਸਵਰਗ ਦੀ ਮਹਾਰਾਣੀ ਦਾ ਤਾਜ ਪ੍ਰਦਾਨ ਕਰਦਾ ਹੈ। ਸਾਨੂੰ ਵੀ ਪ੍ਰਭੂ ਨੇ ਇਹੀ ਬਲਾਟ ਬਖਸ਼ੀ ਹੈ ਕਿ ਅਸੀਂ ਸਾਰੇ ਇਹਨਾਂ ਪਵਿੱਤਰ ਲੋਕਾਂ ਵਾਂਗ, ਜਿੱਦਾਂ ਹਨੋਕ, ਏਲੀਆ ਨਬੀ, ਮਾਂ ਮਰੀਅਮ ਤੇ ਹੋਰ ਵੀ ਬਹੁਤ ਸੰਤ ਅਤੇ ਸੰਤਨੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਮ੍ਰਿਤ ਸਰੀਰ ਨੂੰ ਖੁਦਾ ਨੇ ਹਲੇ ਤੱਕ ਵੀ ਉਸੇ ਤਰੀਕੇ ਨਾਲ ਰੱਖਿਆ ਹੈ। ਪ੍ਰਭੂ ਸਾਨੂੰ ਇਸੇ ਹੀ ਬਲਾਟ ਵਿੱਚ ਬੁਲਾਉਂਦਾ ਹੈ ਕਿ ਅਸੀਂ ਵੀ ਸ਼ੁੱਧ ਰਹਿ ਸਕੀਏ। ਤੁਹਾਨੂੰ ਲੋਕ ਹਨ ਜਿਹੜੇ ਸ਼ੁੱਧ ਹਨ, ਖੁਦਾ ਦੇ ਦਰਸ਼ਨ ਕਰਨਗੇ। ਅੱਜ ਅਸੀਂ ਮਾਂ ਮਰੀਅਮ ਦੀ ਸਿਫਾਰਿਸ਼ ਮੰਗਦੇ ਹੋਏ ਆਪਣੇ ਭਾਰਤ ਦੇਸ਼ ਲਈ ਪ੍ਰਾਰਥਨਾ ਕਰਾਂਗੇ ਕਿ ਪ੍ਰਭੂ ਮਾਂ ਮਰੀਅਮ ਜੋ ਸ਼ਾਂਤੀ ਦੀ ਰਾਣੀ ਹੈ, ਸਾਡੇ ਇਸ ਭਾਰਤ ਦੇਸ਼ ਵਿੱਚ ਵੱਖ-ਵੱਖ ਧਰਮਾਂ, ਕੌਮਾਂ, ਵੱਖ-ਵੱਖ ਬੋਲੀਆਂ ਦੇ ਲੋਕਾਂ ਦੇ ਵਿੱਚ ਆਪਸੀ ਪਿਆਰ ਅਤੇ ਸ਼ਾਂਤੀ ਕਾਇਮ ਕਰੇ। ਆਓ ਅਸੀਂ ਆਪਣੇ ਵਿਸ਼ਵਾਸ ਨੂੰ ਪ੍ਰਗਟ ਕਰਦਿਆਂ ਰਲ ਕੇ ਆਖਾਂਗੇ ਰਸੂਲਾਂ ਦਾ ਕਲਮਾ। ਮੈਂ ਖੁਦਾ ਤੇ ਮਾਨ ਰੱਖਦਾ ਹਾਂ, ਜਿਹੜਾ ਬਾਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਮਾਨ ਰੱਖਦੀ ਹਾਂ, ਜਿਹੜਾ ਉਸ ਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ। ਉਹ ਰੂਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਘਰ ਵਿੱਚ ਪਿਆ, ਉਸ ਤੋਂ ਜੰਮਿਆ। ਉਸਨੇ 35 ਪਿਲਾਤੁਸ ਦੇ ਹੱਥ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚੜ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜ਼ਖ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਤੇ ਚੜ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਦਾ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਈਮਾਨ ਰੱਖਦੀ ਹਾਂ ਰੂਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀ ਉੱਠਣਾ, ਹਮੇਸ਼ਾ ਦੀ ਜ਼ਿੰਦਗੀ ਉੱਤੇ। ਆਮੀਨ। ਸੱਚੀ ਆਜ਼ਾਦੀ ਦੇਣ ਵਾਲੇ ਦਇਆਲੂ ਖੁਦਾ ਬਾਪ, ਤੇਰੀ ਮਰਜ਼ੀ ਹੈ ਕਿ ਅਸੀਂ ਸਾਰੇ ਆਪਣੀ ਪਿਆਰੀ ਮਾਂ ਮਰੀਮ ਦੇ ਨਾਲ ਉਸ ਆਜ਼ਾਦੀ ਦੇ ਹਿੱਸੇਦਾਰ ਇਸ ਜੀਵਨ ਵਿੱਚ ਹੀ ਬਣੀਏ ਅਤੇ ਇੱਕ ਦਿਨ ਤੇਰੇ ਨਾਲ ਰਾਜ ਕਰੀਏ। ਸਾਨੂੰ ਇਹ ਕਿਰਪਾ ਪ੍ਰਦਾਨ ਕਰ ਤਾਂ ਕਿ ਅਸੀਂ ਆਜ਼ਾਦੀ ਦੇ ਵੱਲ ਵਧਦੇ ਰਹੀਏ। ਆਓ ਅਸੀਂ ਆਪਣੀਆਂ ਬਾਕੀ ਜ਼ਰੂਰਤਾਂ ਲਈ ਵੀ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ ਤੇ ਰਲ ਕੇ ਆਖੀਏ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਰੂਹਾਨੀ ਨੇਤਾਵਾਂ ਦੇ ਲਈ, ਖਾਸ ਕਰਕੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ, ਅਤਿ ਸਤਿਕਾਰਯੋਗ ਫ੍ਰੈਂਕੋ ਅਤੇ ਅਤਿ ਸਤਿਕਾਰਯੋਗ ਅਗਨੈਲੋ ਸਾਹਿਬਾਨ ਅਤੇ ਫਾਦਰ ਸਾਹਿਬਾਨ ਲਈ ਦੁਆ ਕਰੀਏ ਕਿ ਲੋਕ ਉਹਨਾਂ ਦੀ ਬਾਣੀ ਨੂੰ ਸੁਣਨ, ਮਾਂ ਮਰੀਮ ਅਤੇ ਪਾਕ ਰੋਜ਼ਰੀ ਦੀ ਬੰਦਗੀ ਵਿੱਚ ਅੱਗੇ ਵਧਣ ਅਤੇ ਇਸ ਤਰ੍ਹਾਂ ਰੂਹਾਨੀ ਤਰੱਕੀ ਕਰਨ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਅਤੇ ਸਾਡੇ ਨੇਤਾਵਾਂ, ਸ਼ਾਸਕਾਂ ਅਤੇ ਕਰਮਚਾਰੀਆਂ ਨੂੰ ਮਾਂ ਮਰੀਮ ਦੀ ਰਾਹੀਂ ਖੁਦਾ ਨੂੰ ਸਮਰਪਿਤ ਕਰੀਏ ਕਿ ਅਸੀਂ ਸਾਰੇ ਸੱਚੀ ਆਜ਼ਾਦੀ ਵੱਲ ਵਧੀਏ, ਜੋ ਸਿਰਫ ਰੂਹਾਨੀ ਜੀਵਨ ਦੀ ਰਾਹੀਂ ਮਿਲ ਸਕਦੀ ਹੈ। ਇਸ ਦੇ ਲਈ ਅਸੀਂ ਦੁਆ ਮੰਗੀਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲੋਕਾਂ ਲਈ ਦੁਆ ਮੰਗੀਏ ਜਿਹੜੇ ਤਰ੍ਹਾਂ ਤਰ੍ਹਾਂ ਦੇ ਆਰਥਿਕ, ਸਮਾਜਿਕ ਜਾਂ ਨੈਤਿਕ ਬੰਧਨਾਂ ਵਿੱਚ ਫਸ ਕੇ ਘੁਟਨ ਮਹਿਸੂਸ ਕਰਦੇ ਹਨ ਅਤੇ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦੇ, ਤਾਂ ਕਿ ਉਹ ਮਾਂ ਮਰੀਮ ਦੀ ਮਜ਼ਬੂਤ ਸਹਾਇਤਾ ਨਾਲ ਮੁਕਤੀ ਹਾਸਲ ਕਰਨ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਇੱਥੇ ਹਾਜ਼ਰ ਸਾਰੇ ਇਮਾਨਦਾਰਾਂ ਲਈ ਦੁਆ ਕਰਦੇ ਹਾਂ ਕਿ ਅਸੀਂ ਸਾਰੇ ਰੂਹਾਨੀ ਆਜ਼ਾਦੀ ਵਿੱਚ ਵਧਦੇ ਰਹੀਏ ਅਤੇ ਆਪਣੀ ਮਾਤਾ ਧੰਨ ਕੁਆਰੀ ਮਰੀਮ ਦੇ ਨਾਲ ਇੱਕ ਦਿਨ ਸਵਰਗ ਵਿੱਚ ਜਲਾਲੀ ਕਰ ਦਿੱਤੇ ਜਾਈਏ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਮਾਂ ਮਰੀਮ ਦੀ ਸਿਫਾਰਿਸ਼ ਮੰਗਦੇ ਹਾਂ, ਰਲ ਕੇ ਆਖੀਏ, ਸਲਾਮ ਐ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ। ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਐ ਮਿਹਰਬਾਨ ਸਵਰਗੀ ਖੁਦਾ ਸਾਡੇ ਬਾਪ, ਇੱਥੇ ਹਾਜ਼ਰ ਇਮਾਨਦਾਰਾਂ ਦੀਆਂ ਬੇਨਤੀਆਂ ਨੂੰ ਕਬੂਲ ਕਰ। ਅਸਾਂ ਸਾਰਿਆਂ ਨੂੰ ਉਸ ਰੂਹਾਨੀ ਆਜ਼ਾਦੀ ਵੱਲ ਲੈ ਚੱਲ ਜਿਸ ਪ੍ਰਤੀਕ ਮਾਂ ਮਰੀਮ ਸਵਰਗ ਵਿੱਚ ਸਰੀਰ ਸਮੇਤ ਜਲਾਲੀ ਹੈ। ਸਾਡੇ ਦੇਸ਼ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਵੀ ਇਹ ਮਿਹਰ ਬਖਸ਼ ਕਿ ਉਹ ਸੱਚੀ ਆਜ਼ਾਦੀ ਨੂੰ ਹਾਸਲ ਕਰ ਸਕਣ। ਅਸੀਂ ਇਹ ਮੰਗਦੇ ਹਾਂ ਸਾਡੇ ਖੁਦਾਵੰਦ
ਯਿਸੂ ਮਸੀਹ ਲਈ। आमीन। कबूल करो यीशु, कबूल करो, पास में तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास में तेरे आया हूँ। कबूल करो यीशु, कबूल करो, दिल का चढ़ावा लाया हूँ। तुझसे दूर था, यूं लगता था जैसे कि मुझ में प्राण नहीं। तुझसे दूर था, यूं लगता था जैसे कि मुझ में प्राण नहीं। तूने अपनाया है मुझको, इससे बड़ा सम्मान नहीं, इससे बड़ा सम्मान नहीं। प्रेम से मेरा दामन भरो, पास में तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास में तेरे आया हूँ। कबूल करो यीशु, कबूल करो, दिल का चढ़ावा लाया हूँ। दिल का चढ़ावा लाया हूँ, दिल का चढ़ावा लाया हूँ। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਹ ਚੜਾਵਾ ਤੇਰੀ ਹਜ਼ੂਰੀ ਵਿੱਚ ਪਹੁੰਚੇ। ਧੰਨ ਕੁਆਰੀ ਮਰੀਮ ਦੀ ਸਿਫਾਰਿਸ਼ ਰਾਹੀਂ ਜਿਸ ਨੂੰ ਤੂੰ ਸਵਰਗ ਵਿੱਚ ਉਠਾਇਆ ਹੈ, ਸਾਡੇ ਦਿਲਾਂ ਨੂੰ ਆਪਣੇ ਪਿਆਰ ਦੀ ਅੱਗ ਨਾਲ ਰੋਸ਼ਨ ਕਰ, ਤਾਂ ਜੋ ਅਸੀਂ ਹਮੇਸ਼ਾ ਤੇਰੇ ਲਈ ਉਡੀਕਦੇ ਰਹੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ,
ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪ੍ਰਭੂ ਯਿਸੂ ਮਸੀਹ ਹੀ ਸਾਡੀ ਦਿਨਾਈ, ਸੱਚਾਈ ਅਤੇ ਸਾਡਾ ਜ਼ੋਰ ਹੈ। ਉਹੀ ਸਾਡੀ ਪਵਿੱਤਰਤਾ ਅਤੇ ਆਜ਼ਾਦੀ ਹੈ। ਖੁਦਾ ਦੀ ਮਾਂ ਮਰੀਮ ਵਿੱਚ ਅਸੀਂ ਉਸ ਦੇ ਮੁਕਤੀਕਾਰੀ ਕੰਮਾਂ ਦੇ ਪਹਿਲੇ ਫਲ ਨੂੰ ਮੁਬਾਰਕਬਾਦ ਦਿੰਦੇ ਹਾਂ। ਉਹ ਪਾਪ ਅਤੇ ਮੌਤ ਤੋਂ ਮੁਕਤ ਰੱਖੀ ਗਈ ਤਾਂ ਜੋ ਉਹ ਸਾਡੀ ਸੰਪੂਰਨ ਰਿਹਾਈ ਦਾ ਸਾਡੇ ਲਈ ਉਮੀਦ ਭਰਿਆ ਨਿਸ਼ਾਨ ਬਣੇ। ਮਾਂ ਮਰੀਮ ਦੀ ਮਹਿਮਾ ਦੇ ਇਸ ਦਿਨ ਤੂੰ ਸਾਡੇ ਦੇਸ਼ ਨੂੰ ਆਜ਼ਾਦ ਕੀਤਾ ਅਤੇ ਭਾਰਤ ਦੇ ਲੋਕਾਂ ਨੂੰ ਸੱਚਾਈ, ਏਕਤਾ ਅਤੇ ਸ਼ਾਂਤੀ ਦਾ ਰਾਹ ਵਿਖਾਇਆ। ਇਸ ਲਈ ਅਸੀਂ ਖੁਸ਼ੀ ਦੇ ਇਸ ਦਿਨ ਆਨੰਦ ਭਰੇ ਦਿਲਾਂ ਨਾਲ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਨਾਲ ਰਲ ਕੇ ਤੇਰੀ ਵਡਿਆਈ ਦੇ ਗੀਤ ਗਾਉਂਦੇ ਹੋਏ ਲਗਾਤਾਰ ਇਹ ਪੁਕਾਰਦੇ ਹਾਂ। पाक पाक खुदावन सदा, पाक 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 खुदावन सदा, खुदावन सदा लश्कराना खुदा, खुदावन सदा लश्कराना खुदा। ਜ਼ਮੀਨ ਅਸਮਾਨ ਤੇਰੀ ਵਡਿਆਈਆਂ ਨਾਲ ਭਰੇ ਹਨ, ਉੱਚਿਆਂ ਵਿੱਚੋਂ ਹੋਸਨਾ। ਜ਼ਮੀਨ ਅਸਮਾਨ ਤੇਰੀ ਵਡਿਆਈਆਂ ਨਾਲ ਭਰੇ ਹਨ, ਉੱਚਿਆਂ ਵਿੱਚੋਂ ਹੋਸਨਾ। ਹੋਸਨਾ 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 ਹੋਸਨਾ। पाक पाक खुदावन सदा, पाक 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 खुदावन सदा, खुदावन सदा लश्कराना खुदा, खुदावन सदा लश्कराना खुदा। ਹੋਸਨਾ ਉਹ ਤਨੇ ਹੈ ਖੁਦਾਵੰਦ ਦੇ ਨਾਮ ਦੇ ਉੱਤੇ ਜੋ ਆਉਂਦਾ ਹੈ ਉੱਚਿਆਂ ਵਿੱਚੋਂ। ਹੋਸਨਾ 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 ਹੋਸਨਾ। ਪਾਕ 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 ਖੁਦਾਵੰਦ ਸਦਾ, ਪਾਕ 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 खुदावन सदा, खुदावन सदा लश्कराना खुदा, खुदावन सदा लश्कराना खुदा। हे प्रभु तू सचमुच पवित्र है ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਰਾਨੀਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ
ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ईमान दा भेद। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ऐ प्रभु, ਅਸੀਂ ਯਿਸੂ ਦੀ ਮੌਤ ਅਤੇ ਉਹਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚਾਹੁੰਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੇ ਹੋਏ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਤੋਂ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਦੇ ਗਨੈਲੋ, ਸਾਰੇ ਪ੍ਰੋਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾ ਨੂੰ ਵੀ ਯਾਦ ਕਰ ਜਿਹੜੇ ਜੀਵਨ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਇਦ ਦੇ ਮੁਬਾਰਕ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਤੇਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੱਕ। ਆਮੀਨ। ਅਸੀਂ ਖੁਦਾ ਦਾ ਰਾਜ ਸਾਡੇ ਵਿੱਚੋਂ ਲਈ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ।
ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ऐ प्रभु ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਤ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਪ੍ਰਦਾਨ ਕਰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਤੋਂ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿੰਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। खुदा दे तू दुनिया दे गुनाह नु चुक ले जांदा, अज साडे उते दया करो, अज साडे उते दया करो। लीली खुदा दे तू दुनिया दे गुनाह नु चुक ले जांदा, साडी उते दया करो, अज साडी उते दया करो। लीले खुदा दे तू दुनिया दे गुनाह नु चुक ले जांदा, अज सानू शांति प्रदान करो, अज सानू शांति प्रदान करो। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਦੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। प्यारे यीशु ने होया साडे ते मेहरबान, कीता रहम प्यारे यीशु ने होया साडे ते मेहरबान। ओदी रहमत ते मेहरबानी दा मैं दसां खोल दिया, ओदी रहमत ते मेहरबानी दा मैं दसां खोल दिया। विच पाक संदूक देओ रहिंदा, साडी खबर हमेशा लैंदा। विच पाक संदूक देओ रहिंदा, साडी खबर हमेशा लैंदा। दिन रात तसल्ली देंदा, वड़ा
सब तो है ऐसा, दिन रात तसल्ली देंदा वड़ा, सब तो है ऐसा, किता रहम प्यारे यीशु ने होया साडे ते मेहरबान, ओदी रहमत ते मेहरबानी दा मैं दसा खोल दिया, किता रहम प्यारे यीशु ने होया साडे ते मेहरबान, किता रहम प्यारे यीशु ने होया साडे ते मेहरबान। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਧੰਨਵਾਰੀ ਮਰਨ ਦੇ ਸਵਰਗ ਵਿੱਚ ਉਠਾਏ ਜਾਣ ਦੇ ਮਹਾਨ ਤਿਉਹਾਰ ਨੂੰ ਮਨਾਉਂਦੇ ਹੋਏ ਅਸੀਂ ਨਜ਼ਾਤ ਦੇ ਸਾਕਰਾਮੈਂਟ ਨੂੰ ਹਾਸਲ ਕੀਤਾ ਹੈ। ਬਖਸ਼ ਦੇ ਕਿ ਉਸ ਦੀ ਸਿਫਾਰਿਸ਼ ਰਾਹੀਂ ਅਸੀਂ ਜੀਵਨ ਦੀ ਮਹਿਮਾ ਵਿੱਚ ਪਹੁੰਚ ਜਾਈਏ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਇਸ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਏਗੀ ਮਸੀਹ ਦੀ ਸ਼ਾਂਤੀ ਵਿੱਚ ਜਾਵੋ। खुदा दा शुक्र होवे। ਦੁਆ ਯਾਦ ਕਰ। याद कर ऐ निहायत मेहरबान कुंवारी मरियम, भई कदी नहीं सुनिया गया कि कोई भी तेरी पनाह लभदियां, तेरी मदद चाहुंदियां, तेरी सिफारिश मंगदियां तैथों खाली गया होवे। ऐ कुंवारी कुंवारियां दी अते मेरी मां, इस तसल्ली नाल मैं तेरे कोल नसी आउंदी हां अते तेरे अगे खलो के मैं गुनाही रोंदी हां। ऐ देदारी होई कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। ਮਾਂ ਮਰੀਮ ਸ਼ਾਂਤੀ ਦੀ ਰਾਣੀ साडे लिए दुआ कर। कलवरी पर सुनता हूँ मैं प्रभु यीशु की आवाज़, ये है मेरी माँ, ये है तेरी माँ, तब से मरियम मेरी माँ, यीशु की माँ मेरी माँ। कलवरी पर सुनता हूँ मैं प्रभु यीशु की आवाज़, ये है मेरी माँ, ये है तेरी माँ, तब से मरियम मेरी माँ, यीशु की माँ मेरी माँ। नाम जैसे ममता दिखाई, हम पर दया बरसाई, का नाम जैसे ममता दिखाई, हम पर दया बरसाई। आज तू आजा मेरे दिल में, आसरा दे आंचल में, आज तू आजा मेरे दिल में, आसरा दे आंचल में। कलवरी पर सुनता हूँ मैं प्रभु यीशु
ये है मेरी माँ, ये है तेरी माँ, तब से मरियम मेरी माँ, यीशु की माँ मेरी माँ, तब से मरियम